ਅੰਮ੍ਰਿਤਸਰ ਦੇ ਨੇੜੇ ਹੀ ਇੱਕ ਨਗਰ ਦੇ ਵਿੱਚ ਮਹਾਂਪੁਰਸ਼ ਜਿਨ੍ਹਾਂ ਦੇ ਸਰੀਰ ਦੇ ਉੱਤੇ ਇਹ ਛੋਟਾ ਕਸ਼ਟ ਸੀ ਕਿ ਜਿੱਥੇ ਖਾਰਿਸ਼ ਕਰਨੀ ਤੇ ਲਹੂ ਸਿਮ ਪੈਣਾ। ਹੈ ਸੰਤ ਨੇ ਮਹਾਂਪੁਰਸ਼ ਨੇ ਬੰਦਗੀ ਵਾਲੇ ਦੀ ਬਨੇਰੇ ਤੇ ਚੜ ਕੇ ਖਲੋ ਜਾਣਾ ਤੇ ਇੱਕ ਲੱਤ ਤੇ ਖੜ ਕੇ 5-5 ਪਾਠ ਸੁਮਨੀ ਸਾਹਿਬ ਜੀ ਦੇ ਕਰਨੇ, ਬੜੀ ਬੰਦਗੀ। ਕਈ ਵਾਰੀ ਸੇਵਾਦਾਰਾਂ ਪੁੱਛ ਲੈਣਾ ਮਹਾਂਪੁਰਸ਼ੋ ਇੰਨੀ ਬੰਦਗੀ ਇੰਨੀ ਬਾਣੀ ਤੇ ਸਰੀਰ ਤੇ ਆ ਕਸ਼ਟ ਹੈ ਕਿ ਜਿੱਥੇ ਖਾਰਿਸ਼ ਕਰਦੇ ਹੋ ਇਹ ਛੋਟਾ ਕਸ਼ਟ ਸੀ, ਲਹੂ ਸਿਮਦਾ। ਗੱਲ ਟਾਲ ਜਾਣੀ ਅੱਗੇ ਪਾ ਦੇਣੀ। ਇੱਕ ਦਿਨ ਕੋਈ ਸੇਵਕ ਜਿੱਦ ਕਰ ਬੈਠੇ, ਜੀ ਦੱਸੋ ਆਪ ਸੰਤ ਮਹਾਂਪੁਰਸ਼ ਕਈਆਂ ਦੇ ਕੰਮ ਸਵਾਰਦੇ, ਆਪਣੇ ਸਰੀਰ ਤੇ ਇੰਨਾ ਕਸ਼ਟ ਇਹ ਕਿਉਂ? ਜਦੋਂ ਕਿਸੇ ਬਹੁਤ ਸੇਵਕ ਨੇ ਜਿੱਦ ਕੀਤੀ ਤੇ ਕਹਿਣ ਲੱਗੇ ਫਿਰ ਆ ਸੁਣ ਲੈ ਰਮਜ ਦੀ ਗੱਲ, ਪਿਛਲੇ ਜਨਮ ਵਿੱਚ ਅਸੀਂ ਹੱਥ ਵਿੱਚ ਡਾਂਗ ਫੜੀ ਸੀ, ਬੜਾ ਲੰਮਾ ਕੱਦ, ਜਵਾਨੀ ਦੀ ਉਮਰ ਸੀ, ਜਵਾਨੀ ਦਾ ਨਸ਼ਾ ਸੀ। 3-4 ਸਾਥੀਆਂ ਨਾਲ ਜਾ ਰਹੇ ਸਾਂ, ਸਾਡੇ ਅੱਗੇ ਇੱਕ ਕੁੱਤਾ ਆ ਗਿਆ ਸੀ ਜਿਹਨੂੰ ਖੁਰਕ ਪਈ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਹਿਜ ਸੁਭਾਅ ਜਵਾਨੀ ਦੇ ਨਸ਼ੇ ਵਿੱਚ ਉਸ ਕੁੱਤੇ ਨੂੰ ਅਸੀਂ ਡਾਂਗ ਮਾਰਤੀ। ਸੰਗਤ ਨੋਟ ਕਰਿਓ ਜਿਹੜੀ ਮੈਂ ਗੱਲ ਕਹਿ ਰਿਹਾ, ਇੱਕ ਇੱਕ ਕਦਮ ਸੋਚ ਕੇ ਪੁੱਟਿਓ, ਕੋਈ ਕਰਮ ਨਾ ਬਣ ਜੇ ਐਸਾ ਕਿ ਭੁਗਤਣਾ ਪੈ ਜੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਸਰੀਰ ਮੈਨੂੰ ਕਹਿੰਦਾ ਵੀ ਪਿਛਲੇ ਕਰਮ ਨਹੀਂ ਹੁੰਦੇ। ਦਾਸ ਨੇ ਉਹਨੂੰ ਮਹਾਂਪੁਰਸ਼ਾਂ ਦਾ ਬਚਨ ਸੁਣਾਇਆ। ਮੈਂ ਕਿਹਾ ਮਹਾਂਪੁਰਸ਼ ਕਹਿੰਦੇ ਸੀ, ਮੰਨ ਲਓ ਕਿ 1:18 ਤੇ ਬਿਰਲੇ ਟਾਟੇ ਦੇ ਘਰ ਕੋਈ ਬੱਚਾ ਪੈਦਾ ਹੋਇਆ ਤੇ 1:18 ਤੇ ਹੀ ਕਿਸੇ ਗਰੀਬ ਮਾਂ ਸੜਕ ਤੇ ਰਾਤ ਕੱਟਣ ਵਾਲੀ, ਝੁੱਗੀਆਂ 'ਚ ਰਹਿਣ ਵਾਲੀ ਉਹਦੇ ਘਰ ਬੱਚਾ ਪੈਦਾ ਹੋਇਆ। ਨੋਟ ਕਰਿਓ ਜੀ, ਇੱਕੋ ਟਾਈਮ ਤੇ 2 ਬੱਚੇ ਪੈਦਾ ਹੋਏ ਨੇ। ਬਿਰਲੇ ਟਾਟੇ ਵਾਲਾ ਸੋਨੇ ਦੇ ਭੰਗੂੜੇ 'ਚ ਝੂਲ ਰਿਹਾ, ਚਾਂਦੀ ਦੀ ਬੋਤਲ 'ਚ ਦੁੱਧ ਪੀ ਰਿਹਾ, ਔਰ ਜੰਮਦਿਆਂ ਹੀ ਵੱਡਿਆਂ ਪੁਰਖਾਂ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਦੇ ਵਿੱਚ ਹਿੱਸੇਦਾਰ ਬਣ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਟਾਈਮ ਇੱਕ ਬੱਚਾ ਅੱਤ ਦਰਜੇ ਦੀ ਸੜਕ ਤੇ ਗਰੀਬ ਝੁੱਗੀ ਵਿੱਚ ਰਹਿਣ ਵਾਲੀ ਔਰਤ ਦੇ ਘਰ ਪੈਦਾ ਹੋਇਆ। ਉਹਦੇ ਲਈ ਸੋਨੇ ਦਾ ਭੰਗੂੜਾ ਕੀ, ਲੋਹੇ ਦਾ ਵੀ ਨਹੀਂ। ਜੰਮਦਿਆਂ ਹੀ ਕੰਗਾਲ, ਜੰਮਦਿਆਂ ਹੀ ਗਰੀਬੀ, ਜੰਮਦਿਆਂ ਹੀ ਕੋਈ ਛੱਤ ਨਹੀਂ ਚੰਗੀ। ਇਹ ਮਹਾਂਪੁਰਸ਼ ਬਚਨ ਸੁਣਾਉਂਦੇ ਸੀ ਕਿ ਕੋਈ ਦੱਸੇ ਖਲੋ ਕੇ 1:18 ਤੇ ਹੀ ਦੋਵੇਂ ਬੱਚੇ ਪੈਦਾ ਹੋਏ ਨੇ ਤੇ 1:19 ਤੇ ਨਾ ਉਹਨਾਂ ਦੋਵਾਂ ਚੋਂ ਨਾ ਉਹਨੇ ਪਾਪ ਕੀਤੇ ਨੇ ਨਾ ਉਹਨੇ ਪਾਪ ਕੀਤੇ, ਨਾ ਉਹਨੇ ਪੁੰਨ ਕਰਤੇ ਬਹੁਤੇ ਨਾ ਉਹਨੇ ਪੁੰਨ ਕਰਤੇ। 1 ਮਿੰਟ ਵਿੱਚ ਨਾ ਉਹਨੇ ਪੁੰਨ ਕੀਤੇ ਨੇ ਨਾ ਉਹਨੇ ਪੁੰਨ, ਨਾ ਉਹਨੇ ਪਾਪ ਨਾ ਉਹਨੇ ਪਾਪ, ਪਰ ਇੱਕ ਐਡੇ ਕਰੋੜਾਂ ਦੀ ਜਾਇਦਾਦ ਦਾ ਵਾਰਸ ਬਣ ਗਿਆ, ਸੋਨੇ ਦੇ ਭੰਗੂੜੇ ਝੂਲ ਰਿਹਾ। ਇੱਕ ਜੰਮਦਿਆਂ ਹੀ ਕੰਗਾਲ ਏ, ਸੜਕ ਤੇ ਰਾਤ ਕੱਟਦਾ ਪਿਆ। ਦੋਵਾਂ ਨੇ ਨਾ ਹੀ ਜੰਮਦਿਆਂ ਕੋਈ ਪਾਪ ਕੀਤੇ ਨਾ ਪੁੰਨ ਕੀਤੇ, ਇੱਕ ਨੂੰ ਇੰਨੇ ਸੁੱਖ, ਇੱਕ ਜੰਮਦਿਆਂ ਹੀ ਕੰਗਾਲ ਕੀ ਏ? ਇਹ ਪਿਛਲੇ ਕਰਮ ਦੋਵਾਂ ਦੇ ਨਾਲ ਚੱਲ ਰਹੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਜੰਮਦਿਆਂ ਹੀ ਐਡੇ ਸੁੱਖ, ਇੱਕ ਜੰਮਦਿਆਂ ਹੀ ਕੰਗਾਲ ਹੈ। ਤੁਸੀਂ ਵੀ ਪੜ੍ਹੇ ਲਿਖੇ ਬੈਠੇ ਹੋ, ਕੋਈ ਦ੍ਰਿਸ਼ਟਾਂਤ ਤਾਂ ਦਿੱਤਾ ਜਾਂਦਾ ਕਿ ਪਿਛਲੇ ਕਰਮ ਨਾਲ ਚੱਲ ਰਹੇ ਨੇ। ਇਹ ਮਹਾਂਪੁਰਸ਼ਾਂ ਨੇ ਬਚਨ ਸੁਣਾਇਆ ਰਮਜ ਦਾ ਕਿ ਜਵਾਨੀ ਦੇ ਨਸ਼ੇ 'ਚ ਪਿਛਲੇ ਸਮੇਂ 'ਚ ਡਾਂਗ ਫੜੀ, 4-5 ਸਰੀਰ ਸਾਡੇ ਨਾਲ ਤੇ ਸਾਹਮਣੇ ਕੁੱਤਾ ਆ ਗਿਆ, ਖੁਰਕ ਪਈ ਸੀ। ਅਸੀਂ ਆਪਣੇ ਜਵਾਨੀ ਦੇ ਨਸ਼ੇ ਜਿਵੇਂ ਆਮ ਬੰਦਾ ਕੁੱਤੇ ਨੂੰ ਜ਼ੋਰ ਦੀ ਡਾਂਗ ਮਾਰਤੀ, ਕੁੱਤਾ
ਕੁੱਤੇ ਦੀ ਉੱਥੇ ਹੀ ਮੌਤ ਹੋ ਗਈ। ਮਹਾਂਪੁਰਸ਼ ਦੱਸਣ ਲੱਗੇ ਕਿ ਜਿਤਨੇ ਅਜੇ ਉਹਨੇ ਦਿਨ, ਜਿੰਨੇ ਮਹੀਨੇ, ਜਿੰਨੇ ਸਾਲ, ਜਿੰਨਾ ਸਮਾਂ ਉਹ ਸਰੀਰ ਤੇ ਖੁਰਕ ਭੋ ਕੇ ਅਸੀਂ ਕੱਟਣਾ ਸੀ, ਉਹਦੀ ਉੱਥੇ ਮੌਤ ਹੋ ਗਈ। ਉਹਦੀ ਮੌਤ ਦੇ ਭਾਈ ਵੱਲ ਅਸੀਂ ਬਣੇ ਹੱਕ ਸਤਨਾਮ ਸ੍ਰੀ ਵਾਹਿਗੁਰੂ। ਉਹਦਾ ਕਸ਼ਟ ਅਸੀਂ ਸਰੀਰ ਤੇ ਲੈ ਰਹੇ ਆ, ਕਿਉਂ ਸਾਡੇ ਤੋਂ ਮਰਿਆ। ਤੇ ਸਾਡਾ ਖੀਰਲਾ ਜਾਮਾ ਜਿਹਦੇ ਕਰਕੇ ਖੀਰਲੇ ਜਾਮੇ ਕਰਕੇ ਉਸ ਕਰਮ ਨੂੰ ਸਰੀਰ ਦੇ ਉੱਤੇ ਪੂਰਾ ਕਰ ਰਹੇ ਆ। ਇਸ਼ਾਰਾ ਲਿਓ ਸਾਧ ਸੰਗਤ, ਇੱਕ ਇੱਕ ਕਦਮ ਗੁਰੂ ਦੇ ਭੈ ਵਿੱਚ ਪੁੱਟਣਾ, ਇੱਕ ਇੱਕ ਕਦਮ ਗੁਰੂ ਦੇ ਡਰ ਵਿੱਚ ਪੁੱਟਣਾ। ਕੋਈ ਐਸਾ ਕਰਮ ਨਾ ਪੁੱਟਿਆ ਜਾਵੇ ਕਿ ਉਹਦਾ ਲੈਣੀਆਂ ਦੇਣੀਆਂ ਇਸ ਢੰਗ ਨਾਲ ਭੁਗਤਣਾ ਪਵੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪ੍ਰੇਮਾ ਕੋੜੀ ਸਰੀਰ ਤੇ ਇੰਨਾ ਕਸ਼ਟ ਕੋੜ ਕਿਉਂ ਹੈ? ਇਹ ਪਿਛਲਾ ਸੰਸਕਾਰ। ਇਹ ਸਾਖੀ ਇੱਕ ਦਰਖਤ ਚੋਂ ਟਾਹਣ ਨਿਕਲਦੇ ਨੇ, ਕੇਵਲ ਸਾਖੀ ਸੁਣ ਕੇ ਚਲੇ ਜਾਣਾ ਗੱਲ ਨਹੀਂ ਕੋਈ ਵੱਡੀ। ਸੇਧ ਲੈਣੀ ਕਿਉਂ ਕੋੜੀ ਬਣੇ? ਗੁਰਬਾਣੀ ਚ ਮਹਾਰਾਜ ਨੇ ਕਿਹਾ ਨਿਰਮਲ ਭਉ ਰੱਖਿਆ ਕਰੋ, ਨਿਰਮਲ ਭਉ ਚ ਰਿਹਾ ਕਰੋ। ਹਰ ਕਦਮ ਪੁੱਟਣ ਵੇਲੇ ਵੇਖੋ ਕੋਈ ਕਿਸੇ ਦਾ ਬੁਰਾ ਤੇ ਨਹੀਂ। ਤੋ ਦਾਸ ਆਪਣੇ ਗੁਰੂ ਨਾਨਕ ਦੇ ਦਰ ਦੀਆਂ ਵਡਿਆਈਆਂ ਕਰਦਾ ਹੋਇਆ